हाँ जी प्यारे विद्यार्थियों, प्यार भरी सत श्री अकाल। अज असी 8वीं जमात का पाठ 8 गुड़ दी रोड़ी किसे ना मोड़ी जो कि एक लेख है उसकी व्याख्या करन जा रहे हाँ। एक कहावत है बेटा, गुड़ दी रोड़ी किसे ना मोड़ी, एक कहावत के आधार पर यह लेख है। इस लेख विच मतलब एक कहावत जिहड़ी सानूं दित्ती गई है, इस कहावत का अर्थ है कि गुड़ दी रोड़ी है उसका साडे सभ्याचार विच बड़ा महत्व सी। ਇਹ ਅਖਾਣ ਤਾਂ ਵਰਤੀ ਜਾਂਦੀ ਸੀ ਵੀ ਗੁੜ ਨੂੰ ਕਿਸੇ ਵੀ ਸ਼ਗਨ ਦੇ ਵਿੱਚ ਬਹੁਤ ਮਹੱਤਤਾ ਦਿੱਤੀ ਜਾਂਦੀ ਸੀ ਅਤੇ ਗੁੜ ਜਿਹੜਾ ਸੀ ਉਹ ਕੋਈ ਵੀ ਆਪਣੇ ਘਰ ਆਇਆ ਗੁੜ ਜਾਂ ਜੇ ਕੋਈ ਕਿਸੇ ਨੂੰ ਕਿਸੇ ਸ਼ਗਨ ਵਜੋਂ ਗੁੜ ਦਿੰਦਾ ਸੀ ਤਾਂ ਉਹਨੂੰ ਕੋਈ ਨਹੀਂ ਮੋੜਦਾ ਸੀ। ਤਾਂ ਇਹ ਅਖਾਣ ਗੁੜ ਦੀ ਮਹੱਤਤਾ ਕਰਕੇ ਸਾਡੇ ਸੱਭਿਆਚਾਰ ਦੇ ਵਿੱਚ ਪ੍ਰਚਲਿਤ ਹੋਈ ਹੈ। ਆਓ ਇਸ ਦੀ ਮਹੱਤਤਾ ਬਾਰੇ, ਇਸ ਅਖਾਣ ਬਾਰੇ ਲੇਖ ਦੇ ਰਾਹੀਂ ਜਾਣਦੇ ਹਾਂ। ਕਦੇ ਸਮਾਂ ਸੀ ਗੁੜ ਦੀ ਰੋੜੀ ਦੀ ਬੜੀ ਮਹੱਤਤਾ ਸੀ। ਵੱਡੇ ਵੱਡੇ ਸ਼ਗਨ, ਵੱਡੇ ਵੱਡੇ ਕਾਰਜ ਗੁੜ ਦੀ ਰੋੜੀ ਨਾਲ ਹੀ ਕੀਤੇ ਜਾਂਦੇ ਸਨ। ਘਰ ਆਇਆ ਜਾਂ ਕਿਸੇ ਨੂੰ ਦਿੱਤਾ ਗੁੜ ਕੋਈ ਨਹੀਂ ਸੀ ਮੋੜਦਾ। ਗੁੜ ਹਰ ਕਿਸੇ ਨੂੰ ਪਿਆਰਾ ਸੀ। ਅਖਾਣ ਹੈ ਗੁੜ ਦੀ ਰੋੜੀ ਕਿਸੇ ਨਾ ਮੋੜੀ, ਮਤਲਬ ਕਿ ਗੁੜ ਦੀ ਰੋੜੀ ਸੀ ਜਿਹੜੀ ਉਸਨੂੰ ਕੋਈ ਨਹੀਂ ਸੀ ਮੋੜਦਾ। ਜੇ ਕਿਸੇ ਦਾ ਗੁੜ ਘਰ ਦੇ ਵਿੱਚ ਸ਼ਗਨ ਵਜੋਂ ਆਉਂਦਾ ਸੀ ਉਹਨੂੰ ਵੀ ਨਹੀਂ ਸੀ ਮੋੜਦਾ, ਅਤੇ ਜੇ ਕੋਈ ਤੁਹਾਨੂੰ ਸ਼ਗਨ ਵਜੋਂ ਦਿੰਦਾ ਸੀ ਗੁੜ ਉਹਨੂੰ ਵੀ ਕੋਈ ਨਹੀਂ ਸੀ ਮੋੜਦਾ। ਮਤਲਬ ਗੁੜ ਦੀ ਸਾਡੇ ਸੱਭਿਆਚਾਰ ਦੇ ਵਿੱਚ ਬੜੀ ਮਹੱਤਤਾ ਸੀ। ਵੱਡੇ ਵੱਡੇ ਸ਼ਗਨ ਅਤੇ ਵੱਡੇ ਵੱਡੇ ਕੰਮ ਸੀ ਜਿਹੜੇ ਗੁੜ ਦੀ ਰੋੜੀ ਨਾਲ ਕਰ ਲਏ ਜਾਂਦੇ ਸਨ। ਗੁੜ ਦੀ ਰੋੜੀ ਗੁੜ ਦਾ ਛੋਟਾ ਅੰਸ਼ ਭਾਵ ਟੁਕੜੀ ਜਾਂ ਰੋੜੀ ਹੈ। ਅੰਸ਼ ਮਤਲਬ ਕੀ ਹੁੰਦਾ ਹੈ? ਉਹਦਾ ਇੱਕ ਟੁਕੜਾ, ਉਹਦਾ ਇੱਕ ਭਾਗ, ਅੰਸ਼ ਉਹਨੂੰ ਅਸੀਂ ਕਹਿ ਦਿੰਦੇ ਹਾਂ। ਗੁੜ ਦੇ ਛੋਟੇ ਜਿਹੇ ਭਾਗ ਨੂੰ ਅਸੀਂ ਗੁੜ ਦੀ ਰੋੜੀ ਕਹਿ ਦਿੰਦੇ ਹਾਂ। ਪੰਜਾਬੀ ਸਾਹਿਤ ਦੇ ਪਿਤਾਮਾ ਸ਼ੇਖ ਫਰੀਦ ਜੀ ਨੇ ਸੰਸਾਰ ਵਿੱਚ ਜਿਹੜੀਆਂ ਮਿੱਠੀਆਂ ਸ਼ੈਆਂ ਦੀ ਗੱਲ ਕੀਤੀ ਹੈ, ਸ਼ੈਆਂ ਕੀ ਹੁੰਦੀਆਂ ਬੇਟਾ? ਵਸਤੂਆਂ ਦੀ ਗੱਲ ਕੀਤੀ ਹੈ। ਗੁੜ ਉਹਨਾਂ ਵਿੱਚੋਂ ਇੱਕ ਹੈ, ਪਰ ਗੁੜ ਤੋਂ ਵੀ ਮਿੱਠੀ ਕੋਈ ਹੋਰ ਚੀਜ਼ ਹੋ ਸਕਦੀ ਹੈ। ਇਸ ਗੱਲ ਦਾ ਨਿਬੇੜਾ ਵੀ ਫਰੀਦ ਜੀ ਨੇ ਇਹ ਕਹਿ ਕੇ ਕੀਤਾ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਮਾਖਿਓ ਕੀ ਹੁੰਦਾ ਹੈ ਬੇਟਾ? ਮਾਖਿਓ ਮਿੱਠਾ ਮਤਲਬ ਸ਼ਹਿਦ ਤੋਂ ਮਿੱਠਾ। ਮਾਖਿਓ ਕੀ ਹੁੰਦਾ? ਸ਼ਹਿਦ ਤੋਂ ਮਿੱਠਾ। ਅਤੇ ਤੁਧ ਦਾ ਮਤਲਬ ਕੀ ਹੁੰਦਾ ਹੈ? ਤੁਧ ਦਾ ਅਰਥ ਹੁੰਦਾ ਹੈ ਕਿ ਤੁਹਾਡੇ ਤੱਕ। ਤਾਂ ਇਹਦੇ ਵਿੱਚ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਇਹ ਮਿੱਠੀਆਂ ਵਸਤਾਂ, ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਪਰ ਤੁਹਾਡੇ ਤੱਕ ਪੁੱਜਣ ਲਈ ਇਹਨਾਂ ਵਸਤਾਂ ਦਾ ਵੀ ਮਤਲਬ ਕੋਈ ਉਹ ਨਹੀਂ ਹੈਗਾ, ਮਹੱਤਵ ਨਹੀਂ ਹੈਗਾ, ਤੁਹਾਡੇ ਤੱਕ ਨਹੀਂ ਪੁੱਜ ਸਕਦੀਆਂ। ਮਤਲਬ ਇਹਨਾਂ ਚੀਜ਼ਾਂ ਰਾਹੀਂ ਇਹ ਬੇਸ਼ੱਕ ਬਹੁਤ ਮਿੱਠੀਆਂ ਚੀਜ਼ਾਂ ਹਨ, ਪਰ ਅੱਜ ਵੇਲਾ ਹੈ ਕਿ ਗੁੜ ਨੂੰ ਖਾਣਾ ਜਾਂ ਉਸ ਦੁਆਰਾ ਕਿਸੇ ਸਮਾਗਮ ਵਿੱਚ ਸਮੇਂ ਸ਼ਗਨ ਕਰਨਾ ਤਾਂ ਦੂਰ ਦੀ ਗੱਲ ਹੈ, ਅਸੀਂ ਗੁੜ ਵੱਲ ਝਾਕਣਾ ਵੀ ਪਸੰਦ ਨਹੀਂ ਕਰਦੇ। ਝਾਕਣਾ ਕੀ ਹੁੰਦਾ ਬੇਟਾ? ਦੇਖਣਾ, ਕਿ ਅਸੀਂ ਗੁੜ ਵੱਲ ਦੇਖਣਾ ਵੀ ਸਾਨੂੰ ਚੰਗਾ ਨਹੀਂ ਲੱਗਦਾ। ਅੱਜ ਅਸੀਂ ਫੈਸ਼ਨ ਪ੍ਰਸਤ ਹੋ ਗਏ ਹਾਂ ਅਤੇ ਗੁੜ ਨੂੰ ਗਰੀਬਾਂ ਦਾ ਖਾਇਆ ਕਹਿ ਕੇ ਮਜ਼ਾਕ ਉਡਾਉਂਦੇ ਹਾਂ। ਖਾਇਆ ਕੀ ਹੁੰਦਾ? ਖੁਰਾਕ। ਇਹਦੇ ਵਿੱਚ ਕੀ ਕਹਿੰਦੇ ਆ ਕਿ ਅੱਜ ਕੱਲ੍ਹ ਅਸੀਂ ਗੁੜ ਨੂੰ ਖਾਣਾ ਮਤਲਬ ਆਪਦੇ ਸਟੇਟਸ ਸਿੰਬਲ ਦੇ, ਜਾਣੀ ਕਿ ਅਸੀਂ ਇੰਨੇ ਫੈਸ਼ਨੇਬਲ ਹੋ ਗਏ ਹਾਂ ਕਿ ਗੁੜ ਖਾਣਾ ਸਾਨੂੰ ਇੱਕ ਮਤਲਬ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਕਿ ਗੁੜ ਤਾਂ ਜਿਹੜੇ ਹੈ ਗਰੀਬ ਲੋਕ ਖਾਂਦੇ ਹੈ। ਅਸੀਂ ਗੁੜ ਖਾਣਾ ਪਸੰਦ ਨਹੀਂ ਕਰਦੇ, ਇਹ ਗੁੜ ਵੱਲ ਝਾਕਣਾ ਵੀ ਸਾਨੂੰ ਪਸੰਦ ਨਹੀਂ ਹੈਗਾ। ਅਸੀਂ ਗੁੜ ਦੀ ਚਾਹ ਪੀਣੀ ਵੀ ਪਸੰਦ ਨਹੀਂ ਕਰਦੇ। ਈਵਨ ਕਿ ਗੁੜ ਨੂੰ ਅਸੀਂ ਗਰੀਬਾਂ ਦਾ ਖਾਈਆ ਕਹਿ ਕੇ ਗੁੜ ਦਾ ਮਜ਼ਾਕ ਉਡਾਉਂਦੇ ਹਾਂ। ਅਸੀਂ ਖਾਣ ਪੀਣ ਪਹਿਨਣ ਦੇ ਸੰਬੰਧ ਵਿੱਚ ਇੰਨੇ ਬੇਖਬਰ ਹੋ ਰਹੇ ਹਾਂ। ਬੇਖਬਰ ਕੀ ਹੁੰਦਾ? ਜਿਹਨੂੰ ਕੋਈ ਖਬਰ ਨਾ ਹੋਵੇ। ਲਾਪਰਵਾਹ ਹੋ ਰਹੇ ਹਾਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲਦੀ ਹੈ। ਇੱਕ ਸ਼ਹਿਰੀ ਬਾਬੂ ਜਦੋਂ ਕਿਸੇ ਪਿੰਡ ਵਿੱਚ ਗਿਆ ਤਾਂ ਕਹਿਣ ਲੱਗਿਆ, ਵੋ ਦਰਖਤ ਤੋਂ ਦਿਖਾਓ ਜਹਾਂ ਗੁੜ ਕੀ ਭੇਲੀਆਂ ਲੱਗਤੀ ਹੈ। ਭੇਲੀਆਂ ਕੀ ਹੁੰਦੀਆਂ ਬੇਟਾ? ਵੱਡੇ ਵੱਡੇ ਗੁੜ ਦੇ ਡਲੇ। ਕੋਈ ਸ਼ਹਿਰੀ ਬਾਬੂ ਗਿਆ, ਉਹ ਕਹਿੰਦਾ ਉਹ ਦਰਖਤ ਦਿਖਾਓ ਮੈਨੂੰ ਜਿਹਦੇ 'ਤੇ ਗੁੜ ਦੀਆਂ ਭੇਲੀਆਂ ਲੱਗਦੀਆਂ ਨੇ। ਸ਼ਹਿਰੀ ਬਾਬੂ ਗੁੜ ਬਣਾਉਣ ਦੇ ਢੰਗ ਤਰੀਕਿਆਂ ਤੋਂ ਤਾਂ ਅਣਜਾਣ ਹੈ ਹੀ ਸੀ, ਪਰ ਉਹਨੇ ਗੁੜ ਦੀਆਂ ਭੇਲੀਆਂ ਦੇ ਦਰਖਤ ਦੇਖਣ ਦੀ ਰੀਝ ਪ੍ਰਗਟਾ ਕੇ ਪੇਂਡੂ ਲੋਕਾਂ ਵਿਚਕਾਰ ਆਪਣੇ ਆਪ ਨੂੰ ਹੱਸਣ ਦਾ ਕਾਰਨ ਜ਼ਰੂਰ ਬਣਾ ਲਿਆ ਸੀ। ਰੀਝ ਕੀ ਹੁੰਦੀ ਹੈ? ਇੱਛਾ। ਕਹਿੰਦੇ ਸਾਰੇ ਉਹਦਾ ਮਜ਼ਾਕ ਉਡਾਉਣ ਲੱਗੇ ਜਦੋਂ ਉਹਨੇ ਆ ਕੇ ਇੱਛਾ ਪ੍ਰਗਟ ਕੀਤੀ ਵੀ ਮੈਨੂੰ ਉਹ ਦਰਖਤ ਦਿਖਾਓ ਜਿਹਦੇ 'ਤੇ ਗੁੜ ਦੀਆਂ ਭੇਲੀਆਂ ਲੱਗਦੀਆਂ। ਗੁੜ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਤਿਆਰ ਹੁੰਦਾ ਹੈ। ਗੁੜ ਗੰਨੇ ਨੂੰ ਮਤਲਬ ਕਲਾੜੀ ਦੇ ਵਿੱਚ ਪੀੜ ਕੇ ਉਹਦਾ ਰਸ ਕੱਢਿਆ ਜਾਂਦਾ ਹੈ। ਫਿਰ ਉਸ ਰਸ ਨੂੰ ਜਿਹੜਾ ਹੈ ਭੱਠਿਆਂ ਦੇ ਉੱਤੇ ਰਿੰਨ ਕੇ ਉਹਦੇ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ, ਨਾ ਕਿ ਗੁੜ ਕਿਸੇ ਦਰਖਤ ਨੂੰ ਲੱਗਦਾ ਹੈ। ਗੰਨੇ ਦੇ ਰਸ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ।
ਪੁਰਾਣੇ ਬਜ਼ੁਰਗ ਅੱਜ ਵੀ ਰੋਟੀ ਖਾਣ ਮਗਰੋਂ ਗੁੜ ਦੀ ਰੋੜੀ ਦਾ ਸੇਵਨ ਜ਼ਰੂਰ ਕਰਦੇ ਹਨ। ਸੇਵਨ ਕੀ ਹੁੰਦਾ ਬੇਟਾ? ਖਾਂਦੇ ਹਨ, ਉਹਦੀ ਵਰਤੋਂ ਕਰਦੇ ਹਨ। ਗੁੜ ਜਿੱਥੇ ਸ਼ਕਤੀ ਦਾ ਭੰਡਾਰ ਹੈ ਉੱਥੇ ਰੋਟੀ ਹਜਮ ਕਰਨ ਵਿੱਚ ਵੀ ਸਹਾਇਕ ਹੁੰਦਾ ਹੈ। ਇਹਦੇ ਨਾਲ ਸਾਨੂੰ ਜੇ ਸ਼ਕਤੀ ਮਿਲਦੀ ਹੈ, ਇਹਦੇ ਵਿੱਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਾਡੀ ਰੋਟੀ ਹਜਮ ਕਰਨ 'ਚ ਵੀ ਸਾਡੀ ਮਦਦ ਕਰਦਾ ਹੈ। ਗੁੜ ਜਿਹੜਾ ਇਨਸਾਨ ਰੋਟੀ ਤੋਂ ਬਾਅਦ ਗੁੜ ਖਾਂਦਾ ਹੈ ਉਸ ਨੂੰ ਤੇਜ਼ਾਬ ਦੀ ਪ੍ਰੋਬਲਮ ਕਦੇ ਨਹੀਂ ਹੁੰਦੀ। ਇਹ ਪੁਰਾਣੇ ਬਜ਼ੁਰਗਾਂ ਦੇ ਕਹਿਣ ਦੀ ਗੱਲ ਹੈ ਕਿ ਜੋ ਗੁੜ ਖਾਂਦੇ ਹਨ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਖੰਡ ਨਿਰੀ ਬਿਮਾਰੀਆਂ ਦਾ ਘਰ ਹੈ ਕਿਉਂਕਿ ਇਹਨੂੰ ਕੈਮੀਕਲ ਪਾ ਕੇ ਤਿਆਰ ਕੀਤਾ ਜਾਂਦਾ ਹੈ। ਗੁੜ ਸਾਡੇ ਲਈ ਬਹੁਤ ਲਾਭਦਾਇਕ ਹੈ। ਗਾਰੇ, ਮਿੱਟੀ, ਸੀਮੈਂਟ, ਇੱਟਾਂ ਦੀ ਢੋਹ ਢੁਆਈ ਕਰਨ ਵਾਲਾ ਮਜ਼ਦੂਰ ਸਾਰਾ ਦਿਨ ਕੰਮ ਕਾਜ ਕਰਨ ਵਿੱਚ ਥੱਕ ਟੁੱਟ ਕੇ ਜਦੋਂ ਘਰ ਪੁੱਜਦਾ ਹੈ ਤਾਂ ਇਹੋ ਗੁੜ ਦੀ ਰੋੜੀ ਹੈ ਜੋ ਉਸ ਨੂੰ ਅਗਲੇ ਦਿਨ ਕੰਮ ਕਾਰ ਕਰਨ ਵਿੱਚ ਸ਼ਕਤੀ ਪ੍ਰਦਾਨ ਕਰਦੀ ਹੈ ਮਤਲਬ ਦਿੰਦੀ ਹੈ। ਮਤਲਬ ਸਾਡੇ ਘਰ ਵੀ ਕੋਈ ਜ਼ੋਰ ਭਾਰ ਵਾਲਾ ਕੰਮ ਕਰ ਰਹੇ ਹੋਣ, ਤੂੜੀ ਢੋਂਦੇ ਹੋਣ, ਤਾਂ ਉਹਨਾਂ ਨੂੰ ਪਾਣੀ ਦੇ ਨਾਲ ਗੁੜ ਦਿੱਤਾ ਜਾਂਦਾ ਹੈ। ਇੱਕ ਤਾਂ ਉਹਦੇ ਨਾਲ ਉਹਨਾਂ ਨੂੰ ਐਨਰਜੀ ਮਿਲਦੀ ਹੈ, ਦੂਜਾ ਇਹ ਕਿ ਉਹਨਾਂ ਦਾ ਗਲਾ ਵਗੈਰਾ ਜਿਹੜਾ ਸਾਫ਼ ਹੋ ਜਾਂਦਾ, ਧੂੜ ਮਿੱਟੀ ਉਹਨਾਂ ਦੇ ਗਲੇ ਵਿੱਚੋਂ ਠੀਕ ਹੋ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਗੁੜ ਦੀ ਇਹ ਰੋੜੀ ਸ਼ਕਤੀ ਦਾ ਸੋਮਾ ਹੈ, ਪਰ ਸ਼ਕਤੀ ਦੇ ਇਸ ਸੋਮੇ ਤੋਂ ਕਿੰਨਾ ਕੁ ਲਾਹਾ ਲੈਂਦੇ ਹਾਂ ਅਸੀਂ ਇਸ ਸਮੇਂ। ਅਤੇ ਲਾਹਾ ਕੀ ਹੁੰਦਾ ਬੇਟਾ? ਲਾਭ, ਸੋਮਾ, ਸਰੋਤ। ਇਹ ਤਾਂ ਖਾਣ ਵਾਲਾ ਹੀ ਜਾਣੇ, ਪਰ ਸਾਡੀ ਨਵੀਂ ਪੈਦਾਇਸ਼ ਗੁੜ ਦੀ ਵਰਤੋਂ ਤੋਂ ਬਿਲਕੁਲ ਕੋਰੀ ਅਤੇ ਸੱਖਣੀ ਹੈ। ਨਵੀਂ ਪੈਦਾਇਸ਼ ਮਤਲਬ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਗੁੜ ਦੀ ਇਸ ਵਰਤੋਂ ਤੋਂ ਬਿਲਕੁਲ ਕੋਰੀ ਹੈ। ਕੋਰੀ ਮਤਲਬ ਰਹਿਤ ਹੈ, ਉਹ ਬਿਲਕੁਲ ਵੀ ਇਸ ਦੀ ਵਰਤੋਂ ਨਹੀਂ ਕਰਦੀ, ਖਾਲੀ ਹੈ ਇਸ ਤੋਂ। ਤਾਂ ਇਹਦੇ ਵਿੱਚ ਸਾਨੂੰ ਦੱਸਿਆ ਹੈ ਕਿ ਗੁੜ ਹੈ ਜਿਹੜਾ ਸਾਡੇ ਲਈ ਸ਼ਕਤੀ ਦਾ ਸੋਮਾ ਹੈ, ਪਰ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਇਸ ਗੱਲ ਨੂੰ ਨਹੀਂ ਸਮਝਦੀ। ਉਹ ਗੁੜ ਖਾਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੀ ਹੈ। ਉਹ ਗੁੜ ਨੂੰ ਗਰੀਬਾਂ ਦੀ ਖੁਰਾਕ ਸਮਝਦੇ ਹੈ। ਕਣਕਾਂ ਦੀ ਗਹਾਈ ਅਤੇ ਉਸ ਦੀ ਧੂੜ ਸਮੇਂ ਰਾਹਤ ਦੇਣ ਲਈ ਉਸ ਨੂੰ ਗੁੜ ਦੀ ਸੰਜੀਵਨੀ ਬੂਟੀ ਵਾਂਗ ਆਪਣਾ ਯੋਗਦਾਨ ਪਾਉਂਦੀ ਹੈ ਅਤੇ ਉਸ ਨੂੰ ਗਰਦ ਤੋਂ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਤੋਂ ਬਚਾਈ ਰੱਖਦੀ ਹੈ। ਰਾਹਤ ਮਤਲਬ ਉਹਨੂੰ ਰਾਹਤ ਦਿੰਦੀ ਹੈ, ਉਹਨੂੰ ਆਰਾਮ ਦਿੰਦੀ ਹੈ। ਸੰਜੀਵਨੀ ਬੂਟੀ ਕੀ ਹੁੰਦੀ ਹੈ ਬੇਟਾ? ਦਵਾਈ ਦਾ ਨਾਮ ਹੈ ਇੱਕ ਸੰਜੀਵਨੀ ਬੂਟੀ। ਕਹਿੰਦੇ ਜਦੋਂ ਹਨੂੰਮਾਨ ਜੀ ਲਕਸ਼ਮਣ ਜੀ ਜਦੋਂ ਬੇਸੁੱਧ ਹੋ ਗਏ ਸੀ ਤਾਂ ਹਨੂੰਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਏ ਸੀ ਪਹਾੜ ਤੋਂ, ਅਤੇ ਜਿਹਦੇ ਨਾਲ ਉਹਨਾਂ ਨੂੰ ਦੁਬਾਰਾ ਮੁੜ ਸੁਰਜੀਤ ਕੀਤਾ ਸੀ। ਤਾਂ ਉਸੇ ਤਰ੍ਹਾਂ ਇਹ ਗੁੜ ਹੈ ਜਿਹੜਾ ਸੰਜੀਵਨੀ ਬੂਟੀ ਦਾ ਕੰਮ ਕਰਦਾ। ਕਦੋਂ? ਜਦੋਂ ਕੰਮ ਇਹ ਧੂੜ ਮਿੱਟੀ ਦਾ ਕੰਮ ਕਰਦੇ ਹੋਣ ਜਾਂ ਕਣਕ ਦੀ ਤੂੜੀ ਪਾਉਂਦੇ ਹੋਣ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ। ਤਾਂ ਇਹ ਜਿਹੜੀ ਗੁੜ ਦੀ ਰੋੜੀ ਹੈ ਉਹਨਾਂ ਨੂੰ ਗਰਦ ਹੁੰਦਾ, ਮਿੱਟੀ ਘੱਟਾ ਤੋਂ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਜਿਵੇਂ ਸਾਹ ਵਗੈਰਾ ਦੀਆਂ ਬਿਮਾਰੀਆਂ ਹੋ ਜਾਂਦੀਆਂ ਉਹਨਾਂ ਤੋਂ ਬਚਾਈ ਰੱਖਦੀ ਹੈ, ਕਿਉਂਕਿ ਧੂੜ ਮਿੱਟੀ ਹੈ ਜਿਹੜੀ ਗੁੜ ਖਾਣ ਨਾਲ ਸਾਫ਼ ਹੋ ਜਾਂਦੀ ਹੈ ਸਾਡੇ ਗਲੇ ਦੇ ਵਿੱਚੋਂ। ਤਾਂ ਮਤਲਬ ਸਾਨੂੰ ਜਿਹੜੀਆਂ ਬਿਮਾਰੀਆਂ ਸਾਹ ਵਗੈਰਾ ਦੀਆਂ ਉਹ ਨਹੀਂ ਲੱਗਦੀਆਂ। ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਸਮੇਂ ਫੇਫੜਿਆਂ ਅਤੇ ਸਾਹ ਨਲੀ ਵਿੱਚ ਖਰਾਬੀ ਤੋਂ ਬਚਾਈ ਰੱਖਣ ਵਿੱਚ ਗੁੜ ਦੀ ਰੋੜੀ ਅੱਜ ਵੀ ਆਪਣਾ ਚਮਤਕਾਰ ਦਿਖਾਉਣ ਲਈ ਤਤਪਰ ਹੈ। ਤਤਪਰ ਕੀ ਹੁੰਦਾ? ਤਿਆਰ ਹੈ। ਉਹ ਕਹਿੰਦੇ ਪ੍ਰਦੂਸ਼ਣ ਕਰਕੇ ਸਾਡੀ ਸਾਹ ਨਾਲੀ ਦੀਆਂ ਜਿਹੜੀਆਂ ਸਾਨੂੰ ਪ੍ਰੋਬਲਮਾਂ ਨੇ, ਜੋ ਵੀ ਬਿਮਾਰੀਆਂ ਸਾਨੂੰ ਨੇ, ਜੇ ਅਸੀਂ ਗੁੜ ਦਾ ਸੇਵਨ ਕਰਾਂਗੇ, ਗੁੜ ਖਾਵਾਂਗੇ, ਤਾਂ ਇਹ ਬਿਮਾਰੀਆਂ ਵੀ ਜਿਹੜੀਆਂ ਨੇ ਸਾਡੀਆਂ ਠੀਕ ਹੋ ਜਾਣਗੀਆਂ। ਅਤੇ ਗੁੜ ਦੀ ਰੋੜੀ ਆਪਣਾ ਇਹ ਚਮਤਕਾਰ ਦਿਖਾਉਣ ਲਈ ਹਮੇਸ਼ਾ ਤਿਆਰ ਹੈ। ਕਮਾਦ ਕੀ ਹੁੰਦਾ ਬੇਟਾ? ਗੰਨੇ ਦੀ ਫਸਲ। ਰਸ, ਗੰਨੇ ਦਾ ਰਸ। ਕੁਲਾੜੀ ਜਿਹਦੇ 'ਤੇ ਗੰਨਾ ਪੀੜਿਆ ਜਾਂਦਾ ਹੈ। ਕੜਾਹੇ ਜਿਹਦੇ ਵਿੱਚ ਗੁੜ ਨੂੰ ਗਰਮ ਕੀਤਾ ਜਾਂਦਾ ਹੈ। ਗੁੜ ਦੇ ਚੱਕ ਜਿਹੜੇ ਵੱਡੇ ਲੱਕੜ ਦੇ ਜਿਹੜੇ ਹੁੰਦੇ ਆ, ਪੁੜ ਬਣਾਏ ਜਾਂਦੇ ਆ, ਚੱਕ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਨ੍ਹਾਂ 'ਤੇ ਗੁੜ ਹੈ ਜਿਹੜਾ ਉਹਦੀਆਂ ਭੇਲੀਆਂ ਬਣਾਈਆਂ ਜਾਂਦੀਆਂ ਨੇ। ਤਾਂ ਇਹ ਸਾਰੀਆਂ ਦੀ ਜਾਣਕਾਰੀ ਲੈਣਾ ਤਾਂ ਇੱਕ ਪਾਸੇ ਅਸੀਂ ਗੁੜ ਦੇ ਬਾਰੇ ਸੁਣਨਾ ਵੀ ਨਹੀਂ ਚਾਹੁੰਦੇ, ਸਾਨੂੰ ਗੁੜ ਬਾਰੇ ਸੁਣਨਾ ਵੀ ਪਸੰਦ ਨਹੀਂ। ਤਰਕ ਹੈ ਕਿ ਗੁੜ ਕੱਚਾ ਮਿੱਠਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤਰਕ ਕੀ ਕੀਤਾ ਜਾਂਦਾ ਹੈ? ਤਰਕ ਕੀ ਦਿੱਤਾ ਜਾਂਦਾ ਹੈ? ਇਹ ਸਾਨੂੰ ਮਤਲਬ ਦਲੀਲ ਦਿੱਤੀ ਜਾਂਦੀ ਹੈ ਕਿ ਜਿਹੜਾ ਕੱਚਾ ਗੁੜ ਹੈ ਉਹ ਸਾਡੀ ਸਿਹਤ ਲਈ ਹਾਨੀਕਾਰਕ, ਨੁਕਸਾਨਦਾਇਕ ਹੈ। ਜਿਹੜਾ ਗੁੜ ਹੈ ਇਹ ਕੱਚਾ ਮਿੱਠਾ ਹੈ, ਕੱਚੀ ਚੀਜ਼ ਹੈ, ਅਤੇ ਕੱਚਾ ਮਿੱਠਾ ਜਿਹੜਾ ਉਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਰ ਤਰਕਸ਼ੀਲ ਭੁੱਲ ਜਾਂਦੇ ਹਨ, ਜਿਹੜੇ ਦਲੀਲ ਦੇਣ ਵਾਲੇ ਉਹ ਭੁੱਲ ਚੁੱਕੇ ਹਨ ਕਿ ਕੋਈ ਗੁੜ ਦੀ ਮਾਤਰਾ ਦਾ ਕਿੰਨਾ ਕੁ ਸੇਵਨ ਕਰਦਾ ਹੈ। ਨਿੱਤ ਦੇ ਸੇਵਨ ਕਰਨ ਵਾਲੇ ਅੱਜ ਵੀ ਗੁੜ ਖਾਣ ਦੀ ਸਿਫਾਰਿਸ਼ ਕਰਦੇ ਹਨ, ਪਰ ਜੇ ਕੋਈ ਗੁੜ ਦੇ ਡਲੇ ਖਾਣ ਬਹਿ ਜਾਏ ਤਾਂ ਉਸ ਨੂੰ ਕੋਈ ਨਾ ਕੋਈ ਭੈੜਾ ਨਤੀਜਾ ਜ਼ਰੂਰ ਨਿਕਲੇਗਾ। ਡਲੇ ਕੀ ਹੁੰਦਾ? ਵੱਡੇ ਡਲੇ ਵੀ, ਮਤਲਬ ਇੱਕ ਨਿਸ਼ਚਿਤ ਮਾਤਰਾ ਵਿੱਚ ਗੁੜ ਖਾਣਾ ਠੀਕ ਹੈ, ਪਰ ਜੇ ਅਸੀਂ ਉਹਨੂੰ ਨਜਾਇਜ਼ ਉਹਦੀ ਵਰਤੋਂ ਕਰਾਂਗੇ ਤਾਂ ਫਿਰ ਹਰ ਚੀਜ਼ ਹੈ, ਉਹ ਕੋਈ ਵੀ ਚੀਜ਼ ਹੈ ਬੇਟਾ, ਜੇ ਅਸੀਂ ਉਸਦੀ ਲੋੜ ਤੋਂ ਵੱਧ ਵਰਤੋਂ ਕਰਾਂਗੇ
ਤਾਂ ਉਹਦਾ ਨਤੀਜਾ ਮਾੜਾ ਹੀ ਨਿਕਲੇਗਾ। ਹਰ ਚੀਜ਼ ਦੀ ਬਹੁਲਤਾ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ, ਇਸ ਵਿੱਚ ਦੋ ਰਾਵਾਂ ਨਹੀਂ ਹੋ ਸਕਦੀਆਂ। ਹਾਂ, ਇਹਦੇ ਨਾਲ ਅਸੀਂ ਸਾਰੇ ਬੱਚੇ ਸਾਰੇ ਹੀ ਸਹਿਮਤ ਹਾਂ ਕਿ ਕੋਈ ਵੀ ਚੀਜ਼ ਹੈ ਭਲਾ ਕਿੰਨੀ ਹੀ ਚੰਗੀ ਹੈ, ਪਰ ਜੇ ਅਸੀਂ ਉਹਦੀ ਲੋੜ ਤੋਂ ਵੱਧ ਵਰਤੋਂ ਕਰਾਂਗੇ ਤਾਂ ਉਹ ਸਾਡੇ ਲਈ ਨੁਕਸਾਨਦਾਇਕ ਹੀ ਹੁੰਦੀ ਹੈ। ਇਸੇ ਤਰ੍ਹਾਂ ਗੁੜ ਵੀ ਸਾਡੀ ਸਿਹਤ ਲਈ ਇੱਕ ਸ਼ਕਤੀ ਪ੍ਰਦਾਨ ਕਰਨ ਵਾਲਾ ਸੋਮਾ ਹੈ, ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਦਿੰਦਾ ਹੈ, ਪਰ ਜੇ ਅਸੀਂ ਇਹਦੀ ਵਰਤੋਂ ਬਿਨਾਂ ਸੋਚੇ ਸਮਝੇ ਬਹੁਤ ਜ਼ਿਆਦਾ ਮਾਤਰਾ ਵਿੱਚ ਕਰਾਂਗੇ ਤਾਂ ਉਸ ਦਾ ਵੀ ਨੁਕਸਾਨ ਸਾਨੂੰ ਜਿਹੜਾ ਹੈ ਉਹ ਝੱਲਣਾ ਪਵੇਗਾ। ਗੰਨੇ ਅਨੁਸਾਰ ਗੁੜ ਦੀਆਂ ਕਈ ਕਿਸਮਾਂ ਦਾ ਜ਼ਿਕਰ ਆਉਂਦਾ ਹੈ, ਪਰ ਦੇਸੀ ਕਮਾਦ ਦਾ ਗੁੜ ਸਭ ਤੋਂ ਵਧੀਆ ਅਤੇ ਸੁਆਦੀ ਹੁੰਦਾ ਹੈ। ਚੰਗੇ ਕਮਾਦ ਤਾਂ ਸਮਝ ਹੀ ਗਏ ਹੋਣਗੇ ਕਿ ਗੰਨਾ ਹੁੰਦਾ ਹੈ, ਉਹ ਕਹਿੰਦੇ ਗੰਨਿਆਂ ਦੀਆਂ ਵੀ ਕਈ ਕਿਸਮਾਂ ਆਉਂਦੀਆਂ ਨੇ, ਪਰ ਸਭ ਤੋਂ ਵਧੀਆ ਜਿਹੜਾ ਦੇਸੀ ਕਮਾਦ ਹੈ, ਦੇਸੀ ਗੰਨਾ ਹੈ, ਉਹਦਾ ਗੁੜ ਹੈ ਜਿਹੜਾ ਵਧੀਆ ਅਤੇ ਸਵਾਦ ਹੁੰਦਾ ਹੈ। ਚੰਗੇ ਗੁੜ ਦੀ ਪਛਾਣ ਗੁੜ ਦੀ ਰੋੜੀ ਨੂੰ ਭੰਨ ਕੇ ਹੋ ਸਕਦੀ ਹੈ। ਜਦੋਂ ਅਸੀਂ ਗੁੜ ਨੂੰ ਭੰਨ ਕੇ ਵੇਖਦੇ ਹਾਂ, ਜੇਕਰ ਗੁੜ ਵਿੱਚ ਕਣ ਹੋਣ ਤਾਂ ਇਹ ਗੁੜ ਹਰ ਪੱਖੋਂ ਸ੍ਰੇਸ਼ਟ ਹੁੰਦਾ ਹੈ। ਸ੍ਰੇਸ਼ਟ ਮਤਲਬ ਵਧੀਆ ਹੁੰਦਾ ਹੈ। ਜਿਹਦੇ ਵਿੱਚ ਛੋਟੇ ਛੋਟੇ ਕਣ ਹੋਣ ਤਾਂ ਉਹ ਗੁੜ ਸਭ ਤੋਂ ਵਧੀਆ ਹੁੰਦਾ ਹੈ। ਪੰਜਾਬ ਵਿੱਚ ਭਾਵੇਂ ਹੁਣ ਗੰਨੇ ਦੀ ਫਸਲ ਬਹੁਤ ਘੱਟ ਹੁੰਦੀ ਹੈ, ਪਰ ਕੁਝ ਜ਼ਿਲ੍ਹਿਆਂ ਵਿੱਚ ਅਜੇ ਵੀ ਕਣਦਾਰ ਗੁੜ ਤਿਆਰ ਕੀਤਾ ਜਾਂਦਾ ਹੈ। ਕਣਾਂ ਵਾਲਾ ਇਹ ਗੁੜ ਹੈ ਜਿਹੜਾ ਬਹੁਤ ਸਾਰੇ ਇਲਾਕਿਆਂ ਵਿੱਚ ਹਾਲੇ ਵੀ ਤਿਆਰ ਕੀਤਾ ਜਾਂਦਾ ਹੈ, ਭਾਵੇਂ ਹੁਣ ਗੰਨਾ ਬੀਜਣਾ ਲੋਕਾਂ ਨੇ ਘੱਟ ਕਰ ਦਿੱਤਾ ਹੈ। ਕੁਝ ਮਿੱਤਰ ਇੱਕ ਵਾਰ ਕਿਸੇ ਸ਼ਹਿਰ ਵਿੱਚ ਇੱਕ ਸੈਮੀਨਾਰ ਵਿੱਚ ਭਾਗ ਲੈਣ ਲਈ ਗਏ। ਸੈਮੀਨਾਰ 4 ਕੁ ਦਿਨਾਂ ਦਾ ਸੀ। ਉਹ ਆਉਂਦੇ ਹੋਏ ਆਪਣਾ ਰੋਜ਼ ਦਾ ਖਾਜਾ ਗੁੜ ਘਰ ਭੁੱਲ ਗਏ। ਖਾਜਾ ਮਤਲਬ ਖੁਰਾਕ, ਆਪਦੀ ਜਿਹੜਾ ਗੁੜ ਸੀ ਉਹ ਘਰ ਭੁੱਲ ਗਏ। ਜਦੋਂ ਮੇਰੇ ਨਾਲ ਬਹਿ ਕੇ ਉਹ ਰੋਟੀ ਖਾਂਦੇ ਤਾਂ ਉਹ ਘਰ ਦੇ ਗੁੜ ਨੂੰ ਇਸ ਤਰ੍ਹਾਂ ਯਾਦ ਕਰਦੇ ਜਿਵੇਂ ਉਹਨਾਂ ਦੀ ਰੋਟੀ, ਉਹਨਾਂ ਦੀ ਕੋਈ ਪਿਆਰੀ ਸ਼ੈ ਗੁਆਚ ਗਈ ਹੋਵੇ। ਸ਼ੈ ਕੀ ਹੁੰਦੀ ਹੈ ਬੇਟਾ? ਚੀਜ਼। ਮਤਲਬ ਉਹ ਗੁੜ ਨੂੰ ਐਂ ਯਾਦ ਕਰਦੇ ਜਿਵੇਂ ਉਹਨਾਂ ਦੀ ਕੋਈ ਪਿਆਰੀ ਚੀਜ਼ ਗੁਆਚ ਗਈ ਹੋਵੇ। ਉਹ ਆਖਦੇ ਕਿ ਗੁੜ ਤੋਂ ਬਿਨਾਂ ਤਾਂ ਜਿਉਣਾ ਹੀ ਬੇਫਾਇਦਾ ਲੱਗਦਾ ਹੈ, ਭਾਵ ਗੁੜ ਨਾ ਖਾਧਾ ਤਾਂ ਕੀ ਖਾਧਾ। ਉਹ ਗੁੜ ਦੇ ਅਨੇਕਾਂ ਲਾਭ ਦੱਸਦੇ ਸਨ। ਮੇਰੇ ਇੱਕ ਹੋਰ ਮਿੱਤਰ ਹਨ, ਉਹ ਗੁੜ ਦੇ ਪਕਵਾਨ ਪਕਵਾ ਕੇ ਰੱਜ ਕੇ ਖਾਂਦੇ ਹਨ, ਜਿਵੇਂ ਗੁੜ ਦੀਆਂ ਮੱਠੀਆਂ, ਸ਼ੱਕਰਪਾਰੇ, ਗੁਲਗੁਲੇ, ਪੂੜੀਆਂ, ਪਕੌੜੀਆਂ ਅਤੇ ਰਿਉੜੀਆਂ। ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੀ ਹੈ ਕਿ ਗੁੜ ਤੋਂ ਬਣਦੀਆਂ ਹਨ। ਮਜ਼ੇ ਦੀ ਗੱਲ ਇਹ ਹੈ ਕਿ ਪੀਰਾਂ ਫਕੀਰਾਂ ਦੀਆਂ ਖਾਨਗਾਹਾਂ ਵਿੱਚ ਮੰਨੇ ਅਨੁਸਾਰ ਚੜ੍ਹਾਵੇ ਵਜੋਂ ਚੜ੍ਹਨ ਵਾਲੇ ਚੌਲ ਅਕਸਰ ਗੁੜ ਵਿੱਚ ਹੀ ਬਣਾਏ ਜਾਂਦੇ ਹਨ। ਜਦੋਂ ਅਸੀਂ ਮਨ ਮਨੌਤੀ ਦੀ ਕੋਈ ਚੌਲ ਬਣਾਉਣੇ ਆ, ਕੋਈ ਸੁੱਖ ਸੀਰਨੀ ਦਿੰਦੇ ਆ, ਤਾਂ ਉਹ ਚੌਲ ਆ ਜਿਹੜੇ ਗੁੜ ਦੇ ਹੀ ਬਣਾਏ ਜਾਂਦੇ ਆ। ਭਾਵੇਂ ਅਸੀਂ ਕੋਈ ਨਵਾਂ ਬੋਰ ਕੀਤਾ ਹੋਵੇ, ਪਾਣੀ ਦਾ ਕੋਈ ਸਰੋਤ ਨਵਾਂ ਲਗਾਇਆ ਹੋਵੇ, ਖਵਾਜੇ ਦੀ ਕੜਾਹੀ ਕਰਨੀ ਹੈ, ਤਾਂ ਵੀ ਅਸੀਂ ਗੁੜ ਦੇ ਵਿੱਚ ਚੌਲ ਰਹਿੰਦੇ ਹਾਂ। ਜਾਂ ਕਿਸੇ ਹੋਰ ਪੀਰ ਫਕੀਰ ਦੀ ਜਿਹੜੀ ਅਸੀਂ ਮਾਨਤਾ ਦੇਣੀ ਹੈ, ਤਾਂ ਜੇ ਅਸੀਂ ਚੌਲ ਬਣਾਉਣੇ ਹਨ ਤਾਂ ਗੁੜ ਦੇ ਹੀ ਬਣਾਉਂਦੇ ਹਾਂ। ਕੜਾਹੇ ਵਿੱਚ ਪੱਕਦੇ ਗੁੜ ਦੀ ਖੁਸ਼ਬੂ ਵਾਤਾਵਰਨ ਵਿੱਚ ਨੂੰ ਜਦੋਂ ਸੁਗੰਧਿਤ ਕਰਦੀ ਹੈ ਤਾਂ ਇਸ ਦਾ ਅਲੌਕਿਕ ਅਹਿਸਾਸ ਤਨ ਮਨ ਨੂੰ ਤਾਜ਼ਾ ਕਰ ਦਿੰਦਾ ਹੈ। ਸੁਗੰਧਿਤ ਕੀ ਹੁੰਦੀ ਹੈ? ਜਦੋਂ ਮਹਿਕ ਇਹਦੀ ਵਾਤਾਵਰਨ ਵਿੱਚ ਆਉਂਦੀ ਹੈ ਤਾਂ ਇੱਕ ਅਲੌਕਿਕ ਹੁੰਦਾ, ਅਜੀਬ ਤਰ੍ਹਾਂ ਦਾ ਅਹਿਸਾਸ ਜਿਹੜਾ ਸਾਡੇ ਤਨ ਮਨ ਦੇ ਵਿੱਚ ਆ ਜਾਂਦਾ ਹੈ ਅਤੇ ਸਾਡਾ ਮਨ ਤਾਜ਼ਾ ਹੋ ਜਾਂਦਾ ਹੈ ਅਤੇ ਮੂੰਹ ਵਿੱਚ ਪਾਣੀ ਆਪ ਮੁਹਾਰੇ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪ ਮੁਹਾਰੇ ਕੀ ਹੁੰਦਾ ਹੈ? ਆਪਣੇ ਆਪ ਮੂੰਹ ਵਿੱਚ ਪਾਣੀ ਆਉਣਾ, ਮਤਲਬ ਖਾਣ ਨੂੰ ਜੀਅ ਕਰਨ ਲੱਗ ਜਾਂਦਾ ਹੈ ਕਿ ਸਾਡਾ ਜੀਅ ਕਰਦਾ ਉਹਦੀ ਖੁਸ਼ਬੂ ਦੇਖ ਕੇ। ਜਦੋਂ ਗੁੜ ਪੱਕਦਾ ਦੇਖਦੇ ਹਾਂ, ਉਹਦੀ ਖੁਸ਼ਬੂ ਨਾਲ ਸਾਡਾ ਗੁੜ ਖਾਣ ਨੂੰ ਜੀਅ ਕਰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੇ ਤਾਂ ਗੁੜ ਬਣਦਾ ਨਹੀਂ ਦੇਖਿਆ ਹੋਣਾ, ਪਰ ਜੇ ਤੁਸੀਂ ਆਪਣੇ ਮਾਪਿਆਂ ਕੋਲੋਂ ਪੁੱਛੋਗੇ ਕਿ ਗੁੜ ਜਦੋਂ ਬਣਦਾ ਸੀ ਤਾਂ ਕਿਸ ਤਰ੍ਹਾਂ ਦੀ ਖੁਸ਼ਬੂ ਆਉਂਦੀ ਸੀ, ਤਾਂ ਉਹ ਤੁਹਾਨੂੰ ਦੱਸ ਦੇਣਗੇ ਕਿ ਗੁੜ ਜਦੋਂ ਬਣਦਾ ਸੀ ਤਾਂ ਆਪਣੇ ਆਪ ਹੀ ਜੀਅ ਕਰ ਆਉਂਦਾ ਸੀ ਕਿ ਗੁੜ ਖਾਈਏ। ਚੱਕ ਦੁਆਲੇ ਬੈਠ ਕੇ ਗੁੜ ਖਾਣ ਦਾ ਆਪਣਾ ਹੀ ਸਵਾਦ ਹੈ। ਚੱਕ ਬੇਟਾ ਜਿਹਦੇ 'ਤੇ ਗੁੜ ਦੀਆਂ ਭੇਲੀਆਂ ਬਣਾਈਆਂ ਜਾਂਦੀਆਂ ਉਸ ਨੂੰ ਕਹਿੰਦੇ ਆ। ਤਾਂ ਉਹਦੇ ਦੁਆਲੇ ਤੱਤਾ ਤੱਤਾ ਗੁੜ ਜਦੋਂ ਕੜਾਹੇ ਵਿੱਚੋਂ ਚੱਕ 'ਤੇ ਉਲੱਦਿਆ ਜਾਂਦਾ ਹੈ ਤਾਂ ਚੱਕ ਵਿਚਲੇ ਉਸ ਗੁੜ ਨੂੰ ਉਂਗਲੀ ਨਾਲ 'ਤੇ ਲਪੇਟ ਕੇ ਖਾਣ ਵਿੱਚ ਜੋ ਆਨੰਦ ਪ੍ਰਾਪਤ ਹੁੰਦਾ ਹੈ ਉਹ ਵੱਡੇ ਵੱਡੇ ਪਦਾਰਥ ਖਾ ਕੇ ਵੀ ਨਹੀਂ ਮਿਲਦਾ। ਉਲੱਦਿਆ ਮਤਲਬ ਜਦੋਂ ਉਲਟਿਆ ਜਾਂਦਾ, ਜਦੋਂ ਕੜਾਹੇ 'ਚੋਂ ਕੱਢ ਕੇ ਤੱਤਾ ਤੱਤਾ ਗੁੜ ਚੱਕ 'ਤੇ ਸਿੱਟਿਆ ਜਾਂਦਾ ਹੈ ਤਾਂ ਉਹਨੂੰ ਜਦੋਂ ਉਂਗਲੀ ਲਵੇੜ ਕੇ ਖਾਧਾ ਜਾਂਦਾ ਤਾਂ ਉਹਦੇ ਵਰਗਾ ਸਵਾਦ ਕਿਤੇ ਵੀ ਨਹੀਂ ਆਉਂਦਾ। ਇਹ ਗੱਲ ਤੁਸੀਂ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਕੋਲੋਂ ਪੁੱਛ ਸਕਦੇ ਹੋ ਕਿ ਉਹ ਗੁੜ ਖਾਣ ਦਾ ਸਵਾਦ ਕਿਹੋ ਜਿਹਾ ਹੁੰਦਾ ਹੈ, ਉਹ ਤੁਹਾਨੂੰ ਵਿਸਥਾਰ ਨਾਲ ਦੱਸ ਸਕਦੇ ਹਨ। ਗੁੜ ਦੀ ਟਿੱਕੀ ਜੇ ਦੇਸੀ ਘਿਓ ਵਿੱਚ ਜਮਾਈ ਹੋਵੇ ਤਾਂ ਖਾਣ ਲੱਗਿਆ ਮੂੰਹੋਂ ਨਹੀਂ ਲੈਂਦੀ। ਗੁੜ ਖਾਣ ਦੇ ਸ਼ੌਕੀਨ ਤਾਂ ਇਸ ਵਿੱਚ ਸੁੱਕੇ ਮੇਵੇ ਜਿਵੇਂ ਗਿਰੀ, ਬਦਾਮ ਜਾਂ ਮੂੰਗਫਲੀ, ਕਾਜੂ, ਪਿਸਤਾ ਤੋਂ ਬਿਨਾਂ ਸੌਂਫ, ਸੁੰਡ ਅਤੇ ਜਵੈਣ ਆਦਿ ਮਿਲਾ ਕੇ ਵੀ ਖਾਂਦੇ ਹਨ। ਇਹ ਵੱਖ ਵੱਖ ਚੀਜ਼ਾਂ ਗੁੜ ਦੇ ਵਿੱਚ ਮਿਲਾ ਕੇ ਖਾਈਆਂ ਜਾਂਦੀਆਂ ਹਨ। ਸਿਆਲ ਵਿੱਚ ਖਾਧੀ ਇਹ ਟਿੱਕੀ, ਸਿਆਲ ਮਤਲਬ ਕਿ ਸਰਦੀ ਦੀ ਰੁੱਤ ਵਿੱਚ, ਕਿਸੇ ਵੱਡੇ
ਟਾਨਿਕ ਤੋਂ ਘੱਟ ਨਹੀਂ ਹੁੰਦੀ। ਟੋਨਿਕ ਕੀ ਹੁੰਦੀ ਹੈ ਬੇਟਾ? ਦਵਾਈ ਤੋਂ ਘੱਟ ਨਹੀਂ ਹੁੰਦੀ। ਇਹ ਟਿੱਕੀ ਕਈ ਰੋਗਾਂ ਦੇ ਨਿਵਾਰਨ ਲਈ ਔਸ਼ਧੀ ਵਾਂਗ ਕੰਮ ਕਰਦੀ ਹੈ। ਨਿਵਾਰਨ ਮਤਲਬ ਰੋਗਾਂ ਨੂੰ ਕੱਟਣ ਲਈ, ਰੋਗਾਂ ਦਾ ਨਾਸ਼ ਕਰਨ ਲਈ ਇੱਕ ਜੜੀ ਬੂਟੀ। ਔਸ਼ਧੀ ਕੀ ਹੁੰਦੀ ਹੈ? ਜੜੀ ਬੂਟੀ ਦੇ ਵਾਂਗ ਇਹ ਕੰਮ ਕਰਦੀ ਹੈ ਗੁੜ ਦੀ ਟਿੱਕੀ ਜਿਹੜੀ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਸਿਆਲ ਵਿੱਚ ਜਦੋਂ ਅਸੀਂ ਮੂੰਗਫਲੀ ਦੀ ਕਾਫੀ ਮਾਤਰਾ ਵਿੱਚ ਸੇਵਨ ਕਰਦੇ ਹਾਂ, ਜੇਕਰ ਉਸ ਮੂੰਗਫਲੀ ਵਿੱਚ ਭੁੱਜੀ ਗਿਰੀ ਨਾਲ ਗੁੜ ਦੀ ਰੋੜੀ ਦਾ ਪ੍ਰਯੋਗ ਕਰ ਲਈਏ ਤਾਂ ਮੂੰਗਫਲੀ ਦੇ ਖੁਸ਼ਕੀ ਕਰਨ ਤੋਂ ਬਚ ਸਕਦੇ ਹਾਂ ਅਤੇ ਵਧੇਰੇ ਊਰਜਾ ਪ੍ਰਾਪਤ ਕਰ ਸਕਦੇ ਹਾਂ। ਜੇ ਮੂੰਗਫਲੀ ਨਾਲ ਅਸੀਂ ਗੁੜ ਖਾਈਏ ਤਾਂ ਉਹਦੇ ਕਰਕੇ, ਮੂੰਗਫਲੀ ਕਰਕੇ ਜਿਹੜੀ ਸਾਨੂੰ ਖੰਘ ਹੋ ਜਾਂਦੀ ਹੈ ਉਹਦੇ ਤੋਂ ਅਸੀਂ ਬਚ ਸਕਦੇ ਹਾਂ ਅਤੇ ਸਾਨੂੰ ਜ਼ਿਆਦਾ ਊਰਜਾ, ਮਤਲਬ ਸਾਨੂੰ ਜ਼ਿਆਦਾ ਸ਼ਕਤੀ ਹੈ ਜਿਹੜੀ ਉਹ ਤੋਂ ਪ੍ਰਾਪਤ ਹੁੰਦੀ ਹੈ। ਕੁੜਮਾਈ ਸਮੇਂ ਮੁੰਡੇ ਦੇ ਮੂੰਹ ਨੂੰ ਛੁਹਾਰਾ ਲਾਉਣ ਦੀ ਰਸਮ ਅੱਜ ਵੀ ਹੈ। ਕੁੜਮਾਈ ਕੀ ਹੁੰਦੀ ਹੈ ਬੇਟਾ? ਜਦੋਂ ਕਿਸੇ ਦਾ ਸ਼ਗਨ ਕੀਤਾ ਜਾਂਦਾ ਹੈ ਤਾਂ ਛੁਹਾਰਾ ਉਹਦੇ ਮੂੰਹ ਨੂੰ ਲਾਇਆ ਜਾਂਦਾ ਹੈ ਅੱਜ ਵੀ। ਪਰ ਕਦੇ ਵਕਤ ਸੀ ਕਿ ਛੁਹਾਰੇ ਦੀ ਥਾਂ ਗੁੜ ਦੀ ਰੋੜੀ ਮੂੰਹ ਨੂੰ ਛੁਹਾਈ ਜਾਂਦੀ ਸੀ ਅਤੇ ਕੇਵਲ 1 ਰੁਪਇਆ ਮੁੰਡੇ ਦੀ ਝੋਲੀ ਵਿੱਚ ਪਾ ਕੇ ਕੁੜਮਾਈ ਦੀ ਰਸਮ ਮੁਕੰਮਲ ਸਮਝੀ ਜਾਂਦੀ ਸੀ। ਪਰ ਕੋਈ ਸਮਾਂ ਸੀ ਜਦੋਂ ਛੁਹਾਰੇ ਦੀ ਥਾਂ 'ਤੇ ਮੁੰਡੇ ਦੇ ਮੂੰਹ ਦੇ ਵਿੱਚ ਗੁੜ ਦੀ ਰੋੜੀ ਪਾ ਕੇ ਅਤੇ 1 ਰੁਪਇਆ ਸ਼ਗਨ ਦੇ ਪਾ ਕੇ ਕੁੜਮਾਈ ਜਿਹੜੀ ਹੈ, ਜਿਹੜਾ ਸ਼ਗਨ ਹੈ ਉਹ ਪੱਕਾ ਕਰ ਦਿੱਤਾ ਜਾਂਦਾ ਸੀ। ਪਰ ਅੱਜ ਗੁੜ ਦੀ ਰੋੜੀ ਨੂੰ ਭੁੱਲ ਕੇ ਜਿੱਥੇ ਅਸੀਂ ਜਾ ਪੁੱਜੇ ਹਾਂ ਉੱਥੇ ਪੇਚਦਗੀਆਂ ਅਤੇ ਔਖੇ ਹੋਣ ਵਾਲੀ ਗੱਲ ਤੋਂ ਬਿਨਾਂ ਹੋਰ ਕੁਝ ਨਹੀਂ। ਪੇਚਦਗੀਆਂ ਕੀ ਹੁੰਦੀਆਂ ਬੇਟਾ? ਮੁਸ਼ਕਲਾਂ, ਗੁੰਝਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜਿਨ੍ਹਾਂ ਗੱਲਾਂ 'ਚ ਅਸੀਂ ਪਹੁੰਚ ਗਏ। ਅੱਜ ਕੱਲ੍ਹ ਮਖਾਣੇ ਜਾਂ ਡਰਾਈ ਫਰੂਟ ਕੋਈ ਵੀ ਪਾ ਕੇ ਕੁੜਮਾਈਆਂ ਕੀਤੀਆਂ ਜਾਂਦੀਆਂ, ਇਹਦੇ ਵਿੱਚ ਗੁੰਝਲਾਂ ਨੇ, ਹੋਰ ਕੁਝ ਵੀ ਨਹੀਂ ਹੈਗਾ। ਇਹ ਵੀ ਸਮਾਂ ਸੀ ਕਿ ਨਵੇਂ ਜੰਮੇ ਬੱਚੇ ਦੀ ਖੁਸ਼ੀ ਵਿੱਚ ਲੋਹੜੀ ਸਮੇਂ ਘਰ ਘਰ ਹੀ ਗੁੜ ਵੰਡਿਆ ਜਾਂਦਾ ਸੀ। ਲੋਹੜੀ ਦਾ ਇੱਕੋ ਇੱਕ ਗੀਤ ਇੰਝ ਦੱਸਦਾ ਹੈ ਜਿਵੇਂ ਤਿਲ ਚੌਲੀਏ ਨੀ, ਗਿੱਗਾ ਮੌਲੀਏ ਨੀ। ਗਿੱਗਾ ਕੀ ਹੁੰਦਾ? ਛੋਟਾ ਬਾਲ ਬੱਚਾ। ਗਿੱਗਾ ਜੰਮਿਆ ਨੀ, ਗੁੜ ਵੰਡਿਆ ਨੀ, ਗੁੜ ਦੀਆਂ ਰਿਓੜੀਆਂ ਨੀ, ਭਰਾਵਾਂ ਜੋੜੀਆਂ ਨੀ। ਗੁੜ ਦੀਆਂ ਰਿਓੜੀਆਂ ਵੰਡਣ ਵੱਲ ਹੀ ਸੰਕੇਤ ਹੈ। ਗੁੜ ਦੀਆਂ ਰਿਓੜੀਆਂ ਮਤਲਬ ਕਿ ਗੁੜ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਸੀ। ਤਾਂ ਇਸ ਗੀਤ ਤੋਂ ਵੀ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਵਿਆਹ ਦਾ ਕੰਮ ਹੁੰਦਾ ਸੀ ਤਾਂ ਵੀ ਗੁੜ ਜਿਹੜਾ ਸੀ ਆਪਣੀ ਮਹੱਤਤਾ ਰੱਖਦਾ ਸੀ। ਜੇ ਕੋਈ ਬੱਚਾ ਜੰਮਦਾ ਸੀ ਤਾਂ ਉਹਦੀ ਲੋਹੜੀ 'ਤੇ ਵੀ ਗੁੜ ਵੰਡਿਆ ਜਾਂਦਾ ਸੀ। ਇਹ ਸਾਨੂੰ ਗੀਤਾਂ ਤੋਂ ਇਹਨਾਂ ਗੱਲਾਂ ਦਾ ਜਿਹੜਾ ਹੈ ਪ੍ਰਤੱਖ ਰੂਪ ਪ੍ਰਗਟ ਹੁੰਦਾ ਹੈ ਸਾਡੇ ਸਾਹਮਣੇ। ਲੋੜ ਹੈ ਗੁੜ ਦੀ ਰੋੜੀ ਦਾ ਪ੍ਰਯੋਗ ਕਰਨ ਦੀ। ਫੈਸਲਾ ਅਤੇ ਰਸਮਾਂ ਦੇ ਜਕੜੇ ਸਮਾਜ ਵਿੱਚ ਗੁੜ ਦੀ ਰੋੜੀ ਨਾਲ ਸਾਦਗੀ ਦਾ ਮਾਹੌਲ ਸਿਰਜਿਆ ਜਾਏ। ਕਾਸ਼ ਅਸੀਂ ਗੁੜ ਦੀ ਰੋੜੀ 'ਤੇ ਉਸ ਦੀ ਮਿਠਾਸ ਦਾ ਅਹਿਸਾਸ ਕਰ ਸਕੀਏ ਅਤੇ ਫਿਰ ਤੋਂ ਇਸ ਮੁਹਾਵਰੇ ਨੂੰ ਰੋਜ਼ ਦੇ ਜੀਵਨ ਵਿੱਚ ਵਰਤੋਂ ਵਿੱਚ ਲਿਆ ਸਕੀਏ, ਗੁੜ ਦੀ ਰੋੜੀ ਕਿਸੇ ਨਾ ਮੋੜੀ। ਤਾਂ ਇਹਦੇ ਵਿੱਚ ਅੰਤ ਵਿੱਚ ਲੇਖਕ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਗੁੜ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਆਪਣੇ ਜੀਵਨ ਦੇ ਵਿੱਚ ਇਸ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਮੁੜ ਤੋਂ ਇਸ ਕਹਾਵਤ ਨੂੰ ਪ੍ਰਚਲਿਤ ਕਰਨਾ ਚਾਹੀਦਾ ਹੈ ਕਿ ਗੁੜ ਦੀ ਰੋੜੀ ਕਿਸੇ ਨਾ ਮੋੜੀ। ਜੋ ਵੀ ਕੌਮ ਬੇਟਾ ਆਪਣਾ ਸੱਭਿਆਚਾਰ ਭੁੱਲ ਜਾਂਦੀ ਹੈ, ਆਪਣਾ ਵਿਰਸਾ ਭੁੱਲ ਜਾਂਦੀ ਹੈ, ਉਹ ਜ਼ਿਆਦਾ ਦੇਰ ਤੱਕ ਜਿਉਂਦੀ ਨਹੀਂ ਰਹਿ ਸਕਦੀ। ਅਤੇ ਗੁੜ ਕੀ ਹੈ? ਸਾਡੇ ਵਿਰਸੇ ਦੇ ਨਾਲ ਜੁੜਿਆ ਹੋਇਆ ਹੈ, ਸਾਡੀ ਪੁਰਾਣੀ ਖੁਰਾਕ ਹੈ। ਜਦੋਂ ਅਸੀਂ ਆਪਣੀ ਪੁਰਾਣੀ ਖੁਰਾਕ ਛੱਡ ਦੇਵਾਂਗੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਆ ਘੇਰਨਗੀਆਂ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀਆਂ ਗੱਲਾਂ ਸਮਝ ਆਈਆਂ ਹੋਣਗੀਆਂ ਅਤੇ ਤੁਸੀਂ ਵੀ ਗੁੜ ਦੀ ਵਰਤੋਂ ਵੱਲ ਪ੍ਰੇਰਿਤ ਹੋਵੋਗੇ ਅਤੇ ਗੁੜ ਦੀ ਵਰਤੋਂ ਜ਼ਰੂਰ ਕਰਕੇ ਦੇਖੋਗੇ। ਇਸ ਤੋਂ ਬਾਅਦ ਪਾਠ ਦੇ ਔਖੇ ਸ਼ਬਦਾਂ ਦੇ ਅਰਥ ਹਨ। ਅਭਿਆਸ ਦੇ ਪ੍ਰਸ਼ਨ, ਵਸਤੂਨਿਸ਼ਟ ਪ੍ਰਸ਼ਨ, ਛੋਟੇ ਉੱਤਰਾਂ ਵਾਲੇ, ਵੱਡੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵਾਕਾਂ ਵਿੱਚ ਵਰਤੋਂ ਹੈ ਬੇਟਾ। ਉਸ ਤੋਂ ਬਾਅਦ ਵਿਆਕਰਨ ਭਾਗ ਦੇ ਵਿੱਚ ਤੁਸੀਂ ਸਮਾਨ ਅਰਥਾਂ ਵਾਲੇ ਸ਼ਬਦ ਲਿਖਣੇ ਹੈ। ਉਸ ਤੋਂ ਬਾਅਦ ਕਿਹੜੇ ਪ੍ਰਕਾਰ ਦਾ ਨਾਮ ਹੈ, ਨੀਚੇ ਕੁਝ ਸ਼ਬਦ ਦਿੱਤੇ ਹਨ ਉਹਨਾਂ ਨੂੰ ਦੱਸਣਾ ਹੈ ਕਿਹੜੀ ਪ੍ਰਕਾਰ ਦਾ ਨਾਮ ਹੈ। ਅਗਲੇ ਭਾਗ ਆੜਾ ਦੇ ਵਿੱਚ ਤੁਸੀਂ ਵਿਰੋਧੀ ਸ਼ਬਦ ਲਿਖਣੇ ਹੈ। ਉਸ ਤੋਂ ਬਾਅਦ ਨਾਮ ਤੋਂ ਵਿਸ਼ੇਸ਼ਣ ਰੂਪ ਬਣਾ ਕੇ ਤੁਸੀਂ ਇਹ ਜਿਹੜਾ ਇਹ ਲਿਖ ਲੈਣਾ ਹੈ। ਉਸ ਤੋਂ ਬਾਅਦ ਕੁਝ ਪ੍ਰਸ਼ਨ ਤੁਹਾਨੂੰ ਵਿਕਲਪਾਂ ਵਾਲੇ ਦਿੱਤੇ ਗਏ ਹਨ, ਉਹ ਤੁਸੀਂ ਕਰ ਲੈਣੇ ਹਨ। ਯੋਗਤਾ ਵਿਸਤਾਰ ਦਾ ਪ੍ਰਸ਼ਨ ਹੈ ਜਿਹੜਾ ਤੁਸੀਂ ਆਪਣੇ ਆਪ ਕਰੋਗੇ। ਬਾਕੀ ਪ੍ਰਸ਼ਨਾਂ ਦੇ ਉੱਤਰ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੀ। ਤਦ ਤੱਕ ਲਈ ਧੰਨਵਾਦ।